ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ ਤੀਮਾ ਸ਼ਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ, ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ। ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂੰ ਰੁੱਤ ਹੋਏ, ਨਾਨਕ ਪਾਹੇ ਵਾਹਰਾਂ ਕੋਰੇ ਰੰਗ ਨ ਸੋਏ। ਪੈ ਵਿੱਚ ਖੁੰਭ ਚੜਾਈ ਐ ਸ਼ਰਮ ਪਾ ਤਨ ਹੋਏ, ਨਾਨਕ ਭਗਤੀ ਜੇ ਰੁਪੈ ਕੂੜੇ ਸੋਏ ਨਾ ਕੋਈ। ਸੱਚ ਕਾਲ ਕੂੜ ਵਰਤਿਆ ਕਲ ਕਾਲਖ ਵੇਤਾਲ। ਸਤਿਗੁਰ ਕੀ ਸਮਝਾਉਣਾ ਚਾਹੁੰਦੇ ਆਪਾਂ ਨੂੰ? ਭਾਈ ਪਿੱਛੇ ਸਮਝਾਇਆ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਇਹ ਕੂੜ ਸਾਨੂੰ ਸੱਚ ਲੱਗ ਰਿਹਾ ਵਾ। ਕਿਹਦੇ ਕਰਕੇ? ਸੱਚ ਕਰਕੇ। ਦੀਨ ਦੁਨੀਆ ਤੇਰੀ ਟੇਕ ਸਭ ਮੇ ਰਵਿਆ ਸਾਹਿਬ ਏਕ। ਜਦ ਤੱਕ ਸਾਹਿਬ ਰਹਿੰਦਾ ਹੈ ਉਹਦੇ ਹੁਕਮ ਨਾਲ ਸੰਸਾਰ ਚੱਲਦਾ ਹੈ, ਹੁਕਮ ਨਾਲ ਸਮਾਪਤ ਹੁੰਦਾ ਹੈ। ਸਤਿਗੁਰਾਂ ਦੇ ਵਚਨ ਨੇ, ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਭਾਣਾ ਹੁਕਮ ਹੈ ਉਹਦਾ ਭਾਈ। ਜਨਮ ਵੀ ਹੁਕਮ ਨਾਲ ਹੁੰਦਾ ਹੈ, ਮ੍ਰਿਤਿਓ ਵੀ ਹੁਕਮ ਨਾਲ, ਮਤਲਬ ਭਾਵ ਸਰੀਰ ਛੱਡਦੇ ਹਾਂ ਅਸੀਂ, ਸਰੀਰ ਬਦਲਦੇ ਹਾਂ। ਜਦੋਂ ਅਸੀਂ ਇਹ ਕਾਲਪਨਿਕ ਹੁਕਮ ਕਾਲ ਜਿਹੜਾ ਹੈਗਾ ਇਹਨੂੰ ਤਿਆਗ ਕਰ ਦਿੰਦੇ ਹਾਂ, ਗੁਰੂ ਅਨੁਸਾਰੀ ਹੋ ਜਾਂਦੇ ਹਾਂ, ਗੁਰੂ ਸ਼ਬਦ ਦੀ ਕਮਾਈ ਕਰਦੇ ਹਾਂ, ਬਾਣੀ ਨੂੰ ਸੱਤ ਕਰਕੇ ਮੰਨਦੇ ਹਾਂ, ਭਾਣੇ 'ਚ ਰਹਿੰਦਾ ਸਾਡਾ ਮਨ ਬੁੱਧੀ ਤਿਆਗ ਕਰਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ। ਫਿਰ ਸੱਚ ਦਾ ਦਰਸ਼ਨ ਹੁੰਦਾ ਹੈ, ਫਿਰ ਅਸੀਂ ਹੁਕਮ 'ਚ ਸਮਾਉਂਦੇ। ਉਹ ਤੀਆ ਨਾਮ ਹੈ, ਭਗਤੀ ਹੈ, ਹੁਕਮ ਹੀ ਨਾਮ ਹੈ। ਸਾਧ ਸੰਗਤੀ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਬਖਾਣੀਏ, ਇੱਕੋ ਨਾਮ ਹੁਕਮ ਹੈ, ਸਤਿਗੁਰ ਦੀਆ ਬੁਝਾਏ ਜੀ। ਉਹੀ ਤਾਂ ਨਾਮ ਹੈ ਭਾਈ। ਨਾਮੇ ਉਤਪਤ ਨਾਮੇ ਪਰਲੋ। ਨਾਮ ਨਾਲ ਜੀ ਪੈਦਾ ਹੁੰਦੇ, ਨਾਮ ਨਾਲ ਸਮਾਪਤ ਹੁੰਦੇ ਨੇ। ਸੱਚੀ ਕਾਲ ਹੋਇਆ ਭਾਈ। ਸੱਚ ਨੂੰ ਅਸੀਂ ਭੁੱਲੇ ਬੈਠੇ ਹਾਂ। ਜੋ ਅਸੀਂ ਦੇਖ ਰਹੇ ਹਾਂ ਕੀ ਹੈ? ਸਗਲ ਕਾਲ ਕਾ ਕੀਆ ਤਮਾਸ਼ਾ। ਇਹ ਤਮਾਸ਼ਾ ਹੈ ਬਹੁਤ ਵੱਡਾ, ਇਹਨੂੰ ਅਸੀਂ ਆਪਦਾ ਮੰਨੀ ਬੈਠੇ ਹਾਂ, ਸਾਡਾ ਨਹੀਂ ਹੈਗਾ। ਪ੍ਰਭ ਮੇਰੇ ਕਾ ਬੜ ਤਮਾਸ਼ਾ। ਅੱਗੇ ਹੋਰ ਦੇਖਣਾ ਆਪਾਂ, ਕਿਵੇਂ ਧਰਤੀਆਂ ਘੁੰਮਦੀਆਂ, ਕਿਵੇਂ ਜੀਵ ਜਨਮ ਲੈਂਦੇ ਨੇ, ਕਿਵੇਂ ਆਉਂਦੇ ਨੇ, ਕਿਵੇਂ ਜਾਂਦੇ ਨੇ, ਕੀ ਹੋ ਰਿਹਾ, ਕੀ ਕੌਤਕ ਨੇ ਉਹਦੇ। ਉਹ ਤਮਾਸ਼ਾ ਤਾਂ ਆਪਾਂ ਦੇਖਣਾ ਬਾਕੀ ਆ ਹਾਲੇ। ਇਹ ਤਾਂ ਕਾਲ ਦਾ ਤਮਾਸ਼ਾ ਵਾ। ਇਹ ਸਾਰਾ ਕਿਵੇਂ ਚੱਲਦਾ ਉਹ ਕਦੋਂ ਦੇਖਾਂਗੇ? ਉਹੀ ਤਾਂ ਬੁੱਝਣ ਆਏ ਸੀ। ਹੁਕਮ ਬੂਝ ਪਰਮ ਪਦ ਪਾਈ, ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ। ਜਾਂ ਹਉਮੈ ਸਾਡੀ ਇੱਛਾ ਜਦ ਤੱਕ ਨਹੀਂ ਖਤਮ ਹੁੰਦੀ, ਚਿੰਤਾ ਜਾਂਦੀ, ਜਦ ਤੱਕ ਅਸੀਂ ਹੁਕਮ ਨੂੰ ਸਮਝਦੇ ਨਹੀਂ। ਹੁਕਮ ਤਾਂ ਹੈ ਭਾਈ ਬਾਣੀ, ਹੁਕਮ ਦੀ ਵਿਆਖਿਆ ਕਰਦੀ ਹੈ ਬਾਣੀ। ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਸਮਝਾਇਆ ਜਾਂਦਾ ਹੁਕਮ ਬਾਰੇ, ਕਿਵੇਂ ਕਿਵੇਂ ਸ੍ਰਿਸ਼ਟੀ ਬਣਦੀ ਹੈ, ਕਿਵੇਂ ਪਾਲਣਾ ਕਰਦਾ, ਕਿਵੇਂ ਸਮਾਪਤ ਹੋ ਜਾਂਦੀ ਹੈ। ਪਰ ਅਸੀਂ ਤਾਂ ਉਹਨੂੰ ਹੀ ਵਿਰੋਧ ਕਰਦੇ ਹਾਂ। ਜਿਹਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਅਸੀਂ ਹੁਕਮ ਦਾ ਹੀ ਵਿਰੋਧ ਕਰਦੇ ਹਾਂ ਉਹਦਾ। ਕਿਉਂ ਕਰਦੇ? ਸਾਨੂੰ ਗਿਆਨ ਨਹੀਂ ਹੈਗਾ। ਉਹੀ ਤਾਂ ਬਾਣੀ ਗਿਆਨ ਕਰਾਉਂਦੀ ਹੈ ਭਾਈ, ਵੀ ਸੱਚ ਹੀ ਤੇਰਾ ਕਾਲ ਹੈ। ਜਦ ਤੱਕ ਸੱਚ ਦਾ ਦਰਸ਼ਨ ਨਹੀਂ ਕਰਦੇ ਮਨ ਬੁੱਧੀ, ਇਹਦਾ ਜੰਮਣ ਮਰ ਨਹੀਂ ਮੁੱਕਦਾ ਹੈਗਾ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਭੁੱਲ ਗਏ ਭਾਈ ਅਸੀਂ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਭੁੱਲ ਗਏ ਅਸੀਂ। ਬੱਚਾ ਜਨਮ ਲੈ ਕੇ ਬਾਹਰ ਆਉਂਦਾ ਹੈ, ਮਾਇਆ ਆਪਦਾ ਖੇਲ ਵਰਤਾ ਦਿੰਦੀ ਹੈ। ਮਾਇਆ ਅਗਨ ਇੱਕੋ ਜਿਹੀ ਕਰਤੇ ਖੇਲ ਰਚਾਇਆ। ਤ੍ਰਿਸ਼ਨਾ ਦੀ ਅੱਗ ਸਾਡੇ ਅੰਦਰੋਂ ਜਾਂਦੀ ਨਹੀਂ। ਆਪਣੇ ਭੋਗ ਭੋਗ ਕੇ ਉਹ ਭਸਮੜ ਭੌਰ ਸਦਾਇਆ, ਜੀਵੇ 'ਚ ਚੱਲਦਾ ਬਣਦਾ। ਵੱਡਾ ਹੋਆ ਦੁਨੀਦਾਰ 'ਚ, ਸੰਸਾਰ 'ਚ ਵੱਡਾ ਸੀ, ਗਲ ਸੰਗਲ ਕੱਤ ਚਲਾਇਆ, ਓਡੇ ਸੰਗਲ ਫਿਰ ਪਿਆ ਭਾਈ। ਫਿਰ ਸਜ਼ਾ ਲੱਗੀ ਜੰਮਣ ਮਰਨ ਦੀ। ਫਿਰ ਆਪਾਂ ਕਿਵੇਂ ਪ੍ਰਾਪਤੀ ਹੋਊਗੀ? ਇਹ ਆਪਾਂ ਕਿਵੇਂ ਕਾਲ ਤੋਂ ਮੁਕਤ ਹੋਵਾਂਗੇ? ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ। ਕੱਲ ਹੁੰਦੀ ਹੈ ਕਲਪਨਾ। ਜਦੋਂ ਅਸੀਂ ਸੱਚ ਤੋਂ ਵਿਛੜ ਜਾਂਦੇ ਹਾਂ, ਸਾਡੇ ਅੰਦਰ ਕਲਪਨਾ ਸ਼ੁਰੂ ਹੁੰਦੀ ਹੈ। ਕਾਲ ਕਲਪਨਾ ਕਦੇ ਨਾ ਖਾਏ, ਆਦਿ ਪੁਰਖ ਮੇ ਰਹੇ ਸਮਾਏ। ਉਹ ਪੁਰਖ ਸਮਾਉਣਾ ਅਸੀਂ, ਆਪਦੇ ਮੂਲ ਹਰ 'ਚ ਸਮਾਉਣਾ। ਉਹੀ ਤਾਂ ਪੁਰਖ ਹੈ।
ਫਿਰ ਅਸੀਂ ਸੱਚਖੰਡ ਪਹੁੰਚਣਾ। ਹਾਲੇ ਤਾਂ ਸਾਡਾ ਸੰਸਾਰ 'ਚੋਂ ਖਹਿੜੇ ਨਹੀਂ ਛੋਡਿਆ ਅੰਮ੍ਰਿਤ ਲੋਕ 'ਚ। ਸਾਡੇ ਅੰਦਰ ਤਾਂ ਕੂੜ ਵਰਤ ਰਿਹਾ, ਝੂਠ ਵਰਤ ਰਿਹਾ। ਝੂਠ ਸਾਡੇ ਅੰਦਰ ਤਾਂ ਵਰਤ ਰਿਹਾ ਵਾ, ਕਲਪਨਾ ਸਾਡੇ ਅੰਦਰ ਤਾਂ ਵਰਤ ਰਹੀ ਹੈ, ਸੱਚ ਨੂੰ ਭੁੱਲ ਗਏ ਅਸੀਂ। ਸੱਚ ਦਾ ਦਰਸ਼ਨ ਕਰਨਾ ਹੈ ਆਪਾਂ। ਸੱਚ ਤਾਂ ਪਰ ਜਾਣੀਏ, ਯਾਰ ਇਹਦੇ ਸੱਚਾ ਹੋਏ ਫਿਰ ਜਾਣਾਂਗੇ। ਜੇ ਮਨ ਸੱਚਾ ਹੋ, ਮਨ ਤਾਂ ਨਹਾ ਧੋ ਕੇ ਸੁੱਚਾ ਹੋ ਜਾਂਦਾ। ਸੁੱਚੇ ਇਹ ਨਾ ਆਖੀਏ ਜੋ ਬਹਿਨ ਪਿੰਡਾ ਤੋਏ, ਸੁੱਚੇ ਸਹੀ ਨਾਨਕਾ ਜਿਸ ਮਨ ਵਸਿਆ ਸੋਏ। ਮਨ ਦੇ ਵਿੱਚ ਜਦੋਂ ਬਾਣੀ ਵਸਦੀ, ਸੁੱਚਾ ਤਾਂ ਉਦੋਂ ਹੁੰਦਾ, ਇਹ ਸਰੀਰ ਧੋ ਕੇ ਸੁੱਚਾ ਹੋ ਜਾਂਦਾ। ਸੋ ਵੈਸ ਨੂੰ ਜਿਨ ਤਜੇ ਬਕਾਰੇ, ਵੈਸ ਨੂੰ ਖਾਣ ਪੀਣੇ ਤੋਂ ਹੋ ਜਾਂਦਾ। ਸਾਰੇ ਸਰੀਰ ਕਰਕੇ ਭਗਤੀਆਂ ਨੇ ਭਾਈ। ਉਹ ਆਤਮਾ ਤੋਂ ਕੋਰੇ ਆ, ਪੂਰਨ ਸਰੀਰ ਕਰਕੇ ਮੰਨੀ ਬੈਠੇ ਆ। ਉਹੀ ਤਾਂ ਕਾਲ ਦਾ ਤਮੱਸਾ ਹੈ, ਪਤਾ ਨਹੀਂ ਲੱਗਣ ਦਿੰਦਾ ਉਹ। ਸੱਚ ਕਾਲ ਕੂੜ ਵਰਤਿਆ ਕਲ ਕਲਪਨਾ, ਕਾਲ ਤੋਂ ਜੇ ਬਚਣਾ, ਕਾਲ ਕਲਪਨਾ ਕਦੇ ਨਾ ਖਾਏ। ਆਦਿ ਪੁਰਖ ਮੇ ਰਹੇ ਸਮੇ, ਆਓ ਸਾਰੇ ਮਿਲ ਕੇ ਨੂੰ ਵਿਚਾਰੀਏ। ਆਦਿ ਪੁਰਖ ਦੇ ਵਿੱਚ ਆਪਾਂ ਲੈ ਹੋਣਾ। ਜਦੋਂ ਮਨ ਬੁੱਧੀ ਨੂੰ ਗਿਆਨ ਹੋ ਜਾਂਦਾ, ਗਿਆਨੀਆਂ ਦਾ ਮਾਰਗ ਹੈ ਭਾਈ, ਗਿਆਨ ਲੈਣਾ ਆਪਾਂ। ਫਿਰ ਆਪਦੇ ਮਾਇਆ ਦਾ ਤਿਆਗ ਕਰਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ, ਜਿਹਨੂੰ ਸਤਿਗੁਰ ਗਿਆ ਬਾਣੀ ਵਿੱਚ। ਇਹ ਸਤਿਗੁਰ ਦੀ ਬਾਣੀ ਹੈ ਭਾਈ। ਸੱਚ ਦਾ ਗਿਆਨ ਲੈ ਕੇ ਆਪਾਂ ਇਹ ਪ੍ਰਾਪਤੀ ਕਰਨੀ। ਜਿਹੜੇ ਸਮਝਾਉਂਦੇ ਨੇ, ਪਹਿਲਾਂ ਆਪ ਸਮਝਦੇ ਨੇ, ਉਹ ਗੁਰਸਿੱਖ ਨੇ ਭਾਈ। ਉਹ ਸੰਤ ਜਨ ਨੇ, ਭਗਤ ਜਨ ਨੇ। ਇਹ ਭਗਤ ਜਨਾਂ ਦੀ ਬਾਣੀ ਹੈ ਭਾਈ। ਸੱਚ ਦਾ ਜਦ ਤੱਕ ਦਰਸ਼ਨ ਨਹੀਂ ਹੁੰਦਾ, ਸੱਚ ਦਾ ਗਿਆਨ ਨਹੀਂ ਹੁੰਦਾ ਆਪਾਂ ਨੂੰ, ਫਿਰ ਅੰਦਰ ਸਾਡੇ ਕੀ ਚੱਲਦਾ ਹੈ? ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ। ਅਸੀਂ ਬੇਤਾਲੀਆਂ ਗੱਲਾਂ ਕਰਦੇ ਹਾਂ। ਕਾਲਖ ਮਨ ਕਾਲਾ ਹੋਈ ਜਾਂਦਾ ਅਗਿਆਨਤਾ ਵਿੱਚ। ਨੰਗਾ ਦੋ ਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਫਿਰ ਅਸੀਂ ਜੰਮਣ ਮਰਨ ਨੂੰ ਚਲੇ ਜਾਂਦੇ ਹਾਂ। ਹੁਣ ਕੀ ਕਰੀਏ? ਕੱਲ ਦੇ ਵਿੱਚ ਅਸੀਂ, ਕਲਯੁਗ ਦੇ ਵਿੱਚ ਇਹਦੇ ਬੜੇ ਬੜੇ ਝੂਠ ਬੋਲੇ ਗਏ ਜੀ। ਕਲਯੁਗ ਵਿਆਹੁਣ ਗਿਆ, ਕਲਯੁਗ ਬੰਨਿਆ ਹੋਏ, ਸਭ ਭਾਈ ਇਹ ਤਾਂ ਕਾਲ ਦਾ ਤਮਾਸ਼ਾ ਵਾ। ਹੁਕਮ ਨੂੰ ਮੰਨ ਲਓ ਕੋਈ, ਉਹ ਹੁਕਮ ਨੇ ਤਾਂ ਭਾਈ ਸ੍ਰਿਸ਼ਟੀ ਸਾਜੀ ਹੈ। ਨਾਮੇ ਉਤਪਤ ਨਾਮੇ ਪਰ ਲਓ, ਅਰਬਾਂ ਖਰਬਾਂ ਜੀਵ ਸਾਹ ਲੈਣ ਲੱਗ ਜਾਂਦੇ, ਅਰਬਾਂ ਖਰਬਾਂ ਜੀਵ ਸਾਹ ਬੰਦ ਹੋ ਜਾਂਦਾ। ਉਹਨੂੰ ਬਸ ਕਰ ਲਾਂਗੇ ਆਪਾਂ। ਜੇ ਬਸ ਕਰਨ ਦੀ ਵੀ ਕਿਤੇ ਗੱਲ ਆਉਂਦੀ ਆ, ਉਹ ਮਨ ਦੀ ਹੈ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਕਹਿੰਦੇ ਰੱਬ ਨੂੰ ਬਸ ਕਰ ਲੈਂਦੇ ਆ ਭਗਤ। ਉਲਟੀਆਂ ਗੱਲਾਂ ਕਰਦੇ ਹਾਂ ਅਸੀਂ, ਪੰਕਤੀਆਂ ਦਾ ਮਿਸਯੂਜ਼ ਕਰਦੇ ਹਾਂ, ਉਹਨਾਂ ਦੀ ਗਲਤ ਜਿਹੜੀ ਹੈਗੀ ਆ ਵਿਆਖਿਆ ਕਰਦੇ ਹਾਂ। ਉਹੀ ਤਾਂ ਸਜ਼ਾ ਮਿਲਦੀ ਹੈ ਸਾਨੂੰ ਭਾਈ। ਉਹ ਕੀ ਹੈ ਫਿਰ? ਕਾਲ ਦਾ ਤਮਾਸ਼ਾ। ਇੱਥੇ ਕੀ ਕਰਨਾ ਆਪਾਂ ਕੱਲ ਦੇ ਵਿੱਚ? ਕਲਮੇ ਪੁੰਨ, ਇਹ ਗੁਣ ਗੋਬਿੰਦ ਗਾਏ। ਗੋਬਿੰਦ ਦੇ ਗੁਣ ਗਾਉਣੇ, ਆਪਦੇ ਨਹੀਂ ਗਵਾਉਣੇ। ਗੁਣ ਗੋਬਿੰਦ ਗਾਇਓ ਨੀ ਜਨਮ ਕਾਰਤ ਕੀਨ। ਐਵੇਂ ਚਲੇ ਜਾਓ ਜਨਮ ਫਿਰ ਆਪਣਾ। ਬੇਤਾਲੀਆਂ ਗੱਲਾਂ ਕਰਦੇ ਹਾਂ ਅਸੀਂ ਸੱਚ ਤੋਂ ਦੂਰ ਹੋ ਕੇ। ਸੱਚ ਦੀ ਪ੍ਰਾਪਤੀ ਕਰਨੀ। ਸੱਚ ਕਿਵੇਂ ਪ੍ਰਾਪਤ ਹੋ? ਗੁਰਸ਼ਬਦ ਦੇ ਗਿਆਨ ਨਾਲ। ਗੁਰਸ਼ਬਦ ਦਾ ਭਾਵ ਹੈ ਗਿਆਨ ਦਾ ਉਪਦੇਸ਼ ਹੈ। ਇਹ ਗਿਆਨ ਗੁਰੂ ਆਤਮ ਉਪਦੇਸੋ ਦਸਮ ਪਾਤਸ਼ਾਹ ਸਮਝਾਉਂਦੇ। ਨਾਮ ਭਬੂਤ ਲਗਾਓ। ਬਾਹਰ ਸਰੀਰ ਨੂੰ ਨਹੀਂ ਮਿਲਣਾ ਕੋਈ। ਸਰੀਰ ਦੇ ਕਰਮ ਤਾਂ ਛੱਡਣੇ ਆ ਸਾਰੇ, ਉਹ ਜਿੰਨੇ ਪਿੱਛੇ ਕਰਦੇ ਆਏ ਆਪਾਂ। ਹੁਣ ਤਾਂ ਗੁਰ ਕੇ ਚਰਨ ਬਾਣੀ ਆਪਣੇ ਕੋਲੇ। ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ, ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ। ਜਿਨ੍ਹਾਂ ਨੇ ਨਾਮ ਬੀਜ ਲਿਆ ਉਹ ਆਪਦੇ ਘਰ ਚਲੇ ਗਏ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ। ਉਹੀ ਤਾਂ ਗੁਰਸਿੱਖ ਨੇ ਭਾਈ। ਉਹੀ ਤਾਂ ਦੂਏ ਨੂੰ ਸਮਝਾਉਂਦੇ ਨੇ, ਆਪ ਜਪੇ ਬਰੇ ਨਾਮ ਜਪਾਏ। ਅਬ ਕਿਉਂ ਉਗਵੇ ਦਾਲ, ਕਿਵੇਂ ਉੱਗਾ? ਬੀਜ ਦੂਰ ਦੋ ਹਿੱਸਿਆਂ 'ਚ ਹੋ ਜਾਊਗਾ, ਦਾਲ ਹੋ ਜਾਊਗਾ, ਕਿਵੇਂ ਉੱਗੂਗਾ? ਮਨ 'ਚ ਸਾਡਾ ਇੱਕ ਨਹੀਂ ਹੋਇਆ, ਕਿਵੇਂ ਉੱਗੂਗਾ? ਇੱਕ ਕਰਨਾ ਹੈ ਭਾਈ। ਬਾਣੀ ਇੱਕ ਦਾ ਗਿਆਨ ਕਰਾਉਂਦੀ ਹੈ। ਇਹ ਜੁਗਮੇ ਇੱਕ ਕੋ ਆਇਆ ਜਨਮਤ ਮੋਇਆ, ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ। ਮਾਇਆ ਆਪਦੀ ਮਤਾਂ ਤਾਂ ਛੱਡ ਨਹੀਂ ਸਕਦੇ ਆਪਾਂ ਅਸੀਂ। ਉਹ ਵੀ ਉਹਦੀ ਕਿਰਪਾ ਲੈਣੀ ਹੈ। ਤੁਮਰੀ ਕਿਰਪਾ ਤੇ ਮੋਹ ਮਾਨ ਛੂਟੇ ਛੂਟ ਜਾਏ ਪਰਮਾਈ ਦਾਤਾ। ਜਦੋਂ ਤੂੰ ਕਿਰਪਾ ਰਹਿਮਤ ਕਰਦਾ, ਫਿਰ ਸਾਡਾ ਜਿਹੜਾ ਮੋਹ ਮਾਨ ਸੰਸਾਰ ਦੀਆਂ ਵਡਾਈਆਂ, ਫਿਰ ਮਨ ਛੱਡਦਾ ਨਹੀਂ, ਛੱਡਦਾ ਹੀ ਨਹੀਂ ਹੈਗਾ। ਜਦੋਂ ਇੱਕ ਹੋ ਜਾਂਦੇ ਆ, ਫਿਰ ਸਾਨੂੰ ਉਹ ਤੁਰਕੀ ਬਾਣੀ ਸੁਣਦੀ ਹੈ, ਜਿਹਨੂੰ ਨਾਦ ਕਿਹਾ, ਜਿਹਨੂੰ ਨਾਮ ਕਿਹਾ। ਉੱਥੇ ਦੇਵਲੋਕ ਜਾ ਕੇ ਸੁਣਨੀ ਆਪਾਂ ਨੂੰ। ਦੇਵਲੋਕ ਇੱਕ ਅਵਸਥਾ ਦਾ ਨਾਮ ਹੈ। ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੂੰ ਤੋਂ ਹਰ ਕੇ ਦਵਾਰ। ਕਲ ਕਾਲਖ ਬੇਤਾਲ, ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੇ ਦਾਲ। ਜੇ ਇੱਕ ਹੋਏ ਤਾਂ ਉਗਵੇ, ਰੁੱਤੀ ਹੂੰ ਰੁੱਤ ਹੋਏ। ਜਦੋਂ ਇੱਕ ਹੋ ਜਾਂਦੇ ਹਾਂ ਅਸੀਂ, ਕੂੜਾ ਲਾਲਚ ਛੱਡੀਏ, ਹੋਈ ਇੱਕ ਮਨ ਅਲੱਖ 'ਤੇ ਆਈਏ, ਫਿਰ ਉਹ ਅਲੱਖ ਦਾ ਦਰਸ਼ਨ ਹੁੰਦਾ ਹੈ। ਸਿੱਧਾ ਨਹੀਂ ਸਮਝਾ ਸਕਦੇ ਉਹਨੂੰ। ਜਿਹਨੇ ਮਾਇਆ ਦੇ ਪ੍ਰਮਾਣ ਦੇ ਕੇ ਆਪਾਂ ਨੂੰ ਗੁਰਬਾਣੀ ਸਮਝਾਇਆ, ਸਮਝਣ ਖਾਤਰ ਹੀ ਨੇ ਸਾਰੇ। ਉਹ ਛੱਡ ਦੇਣੇ ਨੇ ਆਪਾਂ। 'ਚ ਸੰਤ ਕੇ ਚਰਨ ਧੋਏ ਧੋਏ ਵੀ ਉਹ ਸੰਤ ਦਾ ਗਿਆਨ ਲੈ ਲੈਣਾ ਵਾ। ਜੇ ਇੱਕ ਹੋਏ ਤਾਂ ਉਗਵੇ, ਰੁੱਤੀ ਹੋ ਰੁੱਤ ਹੋਏ। ਜਦੋਂ ਇੱਕ ਹੁੰਦੇ ਆ, ਫਿਰ ਰੁੱਤ ਹੁੰਦੀ ਹੈ ਇਹਦੀ। ਉਹ ਕਦੋਂ ਹੋਊਗੀ? ਜਦੋਂ ਇੱਕ ਹੋਵਾਂਗੇ। ਇੱਕ ਕਿਵੇਂ ਹੋਵਾਂਗੇ? ਉਹਦੀ ਕਿਰਪਾ ਨਾਲ। ਗੁਰਸ਼ਬਦ ਦੀ ਕਮਾਈ ਕਰਾਂਗੇ, ਜੋ ਗਿਆਨ ਵੱਧਦਾ ਚਲੇ ਜਾਂਦਾ। ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਆਪਦੇ ਮੂਲ ਹਰ 'ਚ ਸਮਾ ਜਾਂਦੇ। ਉਹਨੂੰ ਇੱਕ ਕਹਿੰਦੇ ਨੇ।
ਉਹੀ ਸਤਿਗੁਰ ਹੈ। ਫਿਰ ਸਤਿਗੁਰ ਦਾ ਦਰਸ਼ਨ ਹੁੰਦਾ ਆਪਾਂ ਨੂੰ। ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ, ਸੱਚ ਦਾ ਦਰਸ਼ਨ ਹੋ ਜਾਂਦਾ। ਉਸ ਤੋਂ ਬਾਅਦ ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਅੱਗੇ ਸਤਿਗੁਰ ਦਾ ਖੇਲ ਹੈ। ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੇ ਨਾਮ ਪਾਇਆ ਜਾਏ, ਫਿਰ ਸਾਨੂੰ ਹੁਕਮ ਦਾ ਦਰਸ਼ਨ ਹੁੰਦਾ। ਉਹ ਅੱਗੇ ਦੀ ਖੇਲ ਹੈ। ਨਾਨਕ ਪਾਹੇ ਵਾਰਾਂ ਕੋਰੇ ਰੰਗ ਨਾ ਸੋਏ। ਬਾਣੀ ਕੀ ਕਰਦੀ ਹੈ? ਜਿਹੜਾ ਸਾਨੂੰ ਸੰਸਾਰ ਦਾ ਪਾਹ ਚੜ੍ਹ ਗਿਆ, ਸੰਸਥਾਵਾਂ ਦਾ ਜੁੜ ਜਾਂਦੇ ਹਾਂ ਬਾਹਰ। ਅਸੀਂ ਲਾਲਚੀ ਹਾਂ, ਸਾਨੂੰ ਕੋਈ ਲਾਲਚ ਦਿੰਦਾ, ਸੰਸਾਰੀ ਧਰਮਾਂ ਨਾਲ ਜੁੜ ਜਾਂਦੇ ਹਾਂ। ਉਹਦਾ ਪਾਹ ਲਾਉਂਦੀ ਹੈ ਬਾਣੀ, ਆਪਦਾ ਰੰਗ ਚਾੜ੍ਹਦੀ ਹੈ। ਸੁਖਮਨੀ ਸਾਹਿਬ ਸਤਿਗੁਰਾਂ ਨੇ ਸਮਝਾਇਆ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੇ ਸੰਗ। ਸ਼ਬਦ ਦੀ ਸੰਗਤ ਕਰਨੀ ਆ ਭਾਈ, ਜਾਂ ਕੋਈ ਜਿਹਨੇ ਆਤਮਾ ਸਾਧ ਲਈ, ਆਪਦੀ ਮਨ ਬੁੱਧੀ ਸਾਧ ਲਿਆ, ਗੁਰਸਿੱਖ ਦੀ ਸੰਗਤ ਕਰਨੀ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋ। ਜਦੋਂ ਮਨ ਨੂੰ ਬੁੱਧੀ ਸਿੱਧ ਵੱਸ 'ਚ ਕਰ ਲੈਂਦੀ ਹੈ, ਜਿੱਤ ਲੈਂਦੀ ਹੈ, ਇੱਕ ਹੋ ਜਾਂਦੇ ਨੇ, ਉਹਨੂੰ ਸਾਧ ਸੰਗਤ ਕਹਿੰਦੇ ਆ। ਫਿਰ ਹੁਕਮ ਦੀ ਸੰਗਤ ਹੁੰਦੀ ਹੈ। ਉੱਥੇ ਕੀ ਹੈ? ਉਹੀ ਤਾਂ ਨਾਮ ਹੈ ਭਾਈ। ਉੱਥੋਂ ਸਾਰਾ ਹੁਕਮ ਹੁੰਦਾ ਹੈ, ਉੱਥੋਂ ਤਾਂ ਸਾਰੀ ਖੇਲ ਚੱਲ ਰਹੀ ਹੈ। ਉਹੀ ਤਾਂ ਰਾਜ ਸਭਾ ਵਾ, ਪੰਚਾਲੀ ਕੋ ਰਾਜ ਸਭਾ, ਰਾਮ ਨਾਮ ਸੁਧ ਆਈ। ਉੱਥੇ ਤਾਂ ਸਾਰੀ ਖੇਡ ਦੇਖਣੀ ਆਪਾਂ ਜਾ ਕੇ। ਉਹੀ ਤਾਂ ਉਹਦਾ ਦਰ ਹੈ, ਉਹੀ ਤਾਂ ਦਰਗਾਹ ਹੈ। ਹੋਏ ਦਰਗੇ ਮਾਣ ਨਿਮਾਣਾ ਪਾਵੇ, ਹੋਏ ਨਿਮਾਣਾ ਜਗ ਰਹੇ ਦਰਗੇ ਮਾਣ ਨਿਮਾਣਾ। ਜਦੋਂ ਮਨ ਬੁੱਧੀ ਨੀਵੇਂ ਹੋ ਜਾਂਦੇ ਆ, ਫਿਰ ਆਪਦੀ ਸਤਿਗੁਰ ਦੀ ਸ਼ਰਨ ਚਲੇ ਜਾਂਦੇ। ਉਹ ਦਰਗਾਹ, ਉਹ ਹਰਦੁਆਰ ਹੈ। ਕਬੀਰ ਜੀ ਕਹਿੰਦੇ ਆ, ਮੋਹਿ ਮਰਨੇ ਕਾ ਚਾਉ ਹੈ, ਮਰੂੰ ਤੋਂ ਹਰ ਕੇ ਦੁਆਰ। ਉੱਥੇ ਕੌਣ ਪਹੁੰਚਦੇ ਨੇ? ਜਿਹਨੂੰ ਆ ਬਾਣੀ ਦਾ ਪਾਰ ਰੰਗ ਚੜ੍ਹਦਾ ਹੈ, ਨਾਮ ਦਾ ਰੰਗ ਲੱਗਦਾ ਹੈ। ਹੁਣ ਪਹਿਲਾਂ ਸਾਡੇ ਦਾ ਰੰਗ ਚੜ੍ਹਿਆ ਹੁੰਦਾ ਮਾਇਆ ਦਾ। ਕੀ ਸਮਝਾਉਂਦੇ ਆ ਸਤਿਗੁਰ? ਨਾਨਕ ਪਾਹੇ ਵਾਰਾਂ ਕੋਰੇ ਰੰਗ ਨਾ ਸੋਏ। ਜੇ ਅਸੀਂ ਇੱਕ ਰੰਗ ਲਾ ਕੇ ਉਹ 'ਤੇ ਦੂਆ ਰੰਗ ਨਹੀਂ ਚਾੜ੍ਹਦੇ, ਕਿਵੇਂ ਚੜੂਗਾ? ਚਲੋ ਮੰਨ ਲਓ ਆਪਾਂ ਇੱਕ ਕੱਪੜਾ, ਲਾਲ ਕੱਪੜਾ, ਉੱਤੇ ਆਪਾਂ ਚਿੱਟਾ ਰੰਗ ਚਾੜ੍ਹਨਾ, ਕਿਵੇਂ ਚਾੜ੍ਹ ਲਾਂਗੇ? ਨਹੀਂ ਭਾਈ, ਚੜ੍ਹਦਾ ਇਹ। ਪਹਿਲਾਂ ਦੀ ਪਾਹ ਲਾਉਣੀ, ਜਿਹੜਾ ਮਨ ਨੂੰ ਰੰਗ ਚੜ੍ਹ ਗਿਆ, ਫਿਰ ਇਹ ਬਾਣੀ ਦਾ ਰੰਗ ਗਿਆਨ ਆਪਣੇ 'ਤੇ ਅਸਰ ਕਰਦਾ ਹੈ। ਫਿਰ ਸਾਨੂੰ ਸਮਝ ਆਉਂਦੀ ਹੈ, ਨਾਨਕ ਪਾਹੇ ਵਾਰਾਂ ਕੋਰੇ ਰੰਗ ਨਾ ਸੋਏ। ਭੈ ਵਿੱਚ ਖੁੰਭ ਚੜ੍ਹਾਈਏ। ਜਿਵੇਂ ਖੁੰਭ ਚਿੱਟੀ ਹੁੰਦੀ ਹੈ, ਭੈ ਦੇ ਵਿੱਚ ਜਿਵੇਂ ਧੋਬੀ ਉਹ ਖੁੰਭ ਵਾਂਗ ਚਿੱਟਾ ਕੱਢ ਦਿੰਦੇ ਨੇ, ਕੱਪੜੇ ਨੂੰ ਦਾਗ ਉਹਦਾ ਲਾ ਦਿੰਦੇ ਨੇ। ਇਵੇਂ ਭੈ ਦੇ ਵਿੱਚ ਮਨ ਚਿੱਟਾ ਹੁੰਦਾ ਵਾ। ਭੈ ਕਦੋਂ ਪੈਦਾ ਹੁੰਦਾ? ਜਦੋਂ ਇਹਨੂੰ ਗਿਆਨ ਹੁੰਦਾ ਹੈ। ਭੈ ਬਿਨ ਭਗਤ ਨਾ ਹੋਵੀ, ਨਾ ਸੁਖ ਬਸੇ ਮਨ ਆਏ, ਨਾਨਕ ਨਾਮ ਵੀ ਹੋਣੇ ਜਾਸੀ ਜਨਮ ਗਵਾਏ। ਭੈ ਕਿਵੇਂ ਪੈਦਾ ਹੋ? ਗੁਰ ਸ਼ਬਦ ਦੇ ਗਿਆਨ। ਜਦੋਂ ਉਹਨੂੰ ਗਿਆਨ ਹੁੰਦਾ, ਫਿਰ ਇਹਨੂੰ ਭੈ ਪੈਦਾ ਹੁੰਦਾ। ਮੈਂ ਐਡੀ ਵੱਡੀ ਸ਼ਕਤੀ ਨਾਲ ਟਕਰਾਉਂਦਾ ਰਿਹਾ, ਜਿਹਦੇ ਹੁਕਮ ਨਾਲ ਅਰਬਾਂ ਖਰਬਾਂ ਜੀਵ ਸਾਹ ਲੈਂਦੇ, ਅਰਬਾਂ ਖਰਬਾਂ ਜੀਵ ਸਮਾਪਤ ਹੋ ਜਾਂਦੇ ਆ, ਭੁਚਾਲ ਆ ਜਾਂਦੇ ਆ। ਹਵਾ ਪਾਣੀ ਚੰਦ ਸੂਰਜ ਇੱਕ ਮਿੰਟ ਦਾ ਫਰਕ ਨਹੀਂ ਪਾਉਂਦੇ। ਮੈਂ ਉਹਦਾ ਵਿਰੋਧ ਕਰਦਾ ਰਿਹਾ। ਫਿਰ ਇਹਦਾ ਜਿਹੜਾ ਹੈਗਾ ਹੰਕਾਰ ਲੈ ਜਾਂਦਾ, ਗੁਣ ਗਾਵਤ ਤੇਰੀ ਉਤਰਸ ਮੈਲ। ਫਿਰ ਇਹ ਖੁੰਭ ਵਾਂਗ ਚਿੱਟਾ ਹੋ ਜਾਂਦਾ ਹੈ। ਧੋਬੀ ਘਾਟ 'ਤੇ ਵੀ ਗਏ, ਫਿਰ ਕੱਪੜਾ ਚਿੱਟਾ ਨਾ ਹੋਇਆ। ਗੁਰੂ ਘਰ ਵੀ ਗਏ ਤਾਂ ਗੁਰੂ ਦਾ ਗਿਆਨ ਨਾ ਲਿਆ, ਗੁਰੂ ਦੀ ਕਿਰਪਾ ਰਹਿਮਤ ਨਾਲ ਹੀ, ਫਿਰ ਕੀ ਫਾਇਦਾ ਹੋਇਆ? ਬੱਚਾ ਸਕੂਲ ਵੀ ਗਿਆ, ਪੜ੍ਹਿਆ ਬਣਾ। ਸਕੂਲ ਵੀ ਗਏ, ਝਾੜੂ ਪੋਚਾ ਮਾਰ ਕੇ ਬੂਟਿਆਂ ਨੂੰ ਪਾਣੀ ਪਾ ਕੇ ਆ ਕੇ ਪੜ੍ਹਾਈ ਹੋ ਜੂ ਭਾਈ। ਚੱਲ ਜੇ ਬੂਟਿਆਂ ਨੂੰ ਪਾਣੀ ਵੀ ਨਹੀਂ ਪਾਉਂਦਾ, ਝਾੜੂ ਪੋਚਾ ਨਹੀਂ ਮਾਰਦਾ, ਕਿ ਚੰਗੇ ਘਰ ਦਾ ਬੱਚਾ ਵਾ, ਉੱਥੇ ਬਹਿ ਕੇ ਮੌਨ ਧਾਰ ਲਵੇ, ਪ੍ਰਾਪਤੀ ਹੋ ਜੂ ਭਾਈ। ਅਸੀਂ ਉਹ ਕੰਮ ਕਰਦੇ ਹਾਂ, ਗੁਰੂ ਘਰਾਂ ਜਾ ਕੇ ਸੇਵਾ ਕਰਦੇ ਹਾਂ, ਉਹ ਸਾਡਾ ਫਰਜ਼ ਹੈ। ਅਸਲੀ ਸੇਵਾ ਕੀ ਹੈ? ਗੁਰੂ ਦਾ ਸ਼ਬਦ ਦਾ ਗਿਆਨ ਲੈਣਾ, ਫਿਰ ਉਹਨੂੰ ਆਪਦੇ ਉੱਪਰ ਢਾਲਣਾ, ਮਨ ਨੂੰ ਬੰਨ੍ਹ ਕੇ ਰੱਖਣਾ, ਹੁਕਮ ਅਨੁਸਾਰੀ ਹੋਣਾ, ਭਾਣੇ ਵਿੱਚ ਆਉਣਾ। ਇਹ ਵਿਧੀ ਹੈ ਭਾਈ। ਤੇਰਾ ਭਾਣਾ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਫਿਰ ਨਾਮ ਮੰਗੋਗੇ। ਹਾਲੇ ਤਾਂ ਆਪਾਂ ਨੂੰ ਉਹਦੀ ਗੱਲ ਹੀ ਨਹੀਂ ਚੰਗੀ ਲੱਗਦੀ, ਬਾਣੀ ਹੀ ਨਹੀਂ ਚੰਗੀ ਲੱਗਦੀ, ਨਾਮ ਕਿੱਥੋਂ ਮਿਲ ਜਾਊਗਾ? ਐਵੇਂ ਊਂਟ ਪਟਾਂਗ ਆਪਾਂ ਬੋਲੀ ਜਾਂਦੇ, ਸਮਾਂ ਨਿਕਲੀ ਜਾਂਦਾ ਵਾ। ਭੈ ਵਿੱਚ ਖੁੰਭ ਚੜ੍ਹਾਈਏ, ਸ਼ਰਮ ਪਾਹ ਤਨ ਹੋਈ। ਇਹ ਸਾਡੀ ਕਮਾਈ ਹੋਣੀ ਚਾਹੀਦੀ ਹੈ। ਇਹ ਕਮਾਈ ਕਰਨੀ ਆਪਾਂ ਸ਼ਬਦ ਦੀ, ਇਹੀ ਕਾਲ ਕਮਾਈ ਹੈ। ਫਿਰ ਮਨ ਭੈ ਦੇ ਵਿੱਚੋਂ ਸ਼ੁੱਧ ਹੁੰਦਾ ਵਾ। ਮਨ ਧੋਵੋ ਗੁਰ ਸ਼ਬਦ ਲਾਗੋ, ਹਰ ਸਿਉ ਰਹੋ ਚਿੱਤ ਲੈ। ਫਿਰ ਆਪਦੇ ਮੂਲ ਨਾਲ ਜੁੜਿਆ ਰਹਿੰਦਾ ਵਾ, ਇੱਕ ਹੋ ਜਾਂਦਾ ਵਾ। ਇਹੀ ਤਾਂ ਰੁੱਤ ਵਾ। ਜਦੋਂ ਇੱਕ ਹੁੰਦਾ ਫੇਰ ਹੀ ਰੁੱਤ ਆਊਗੀ। ਹਲੇ ਇੱਕ ਤਾਂ ਹੋਏ, ਰੁੱਤ ਕਿਵੇਂ ਆ ਜਾਊਗੀ ਭਾਈ? ਭੈ ਵਿੱਚ ਖੁੰਭ ਚੜ੍ਹਾਈਏ, ਸਰਮ ਪਾਹ ਤਨ ਹੋਏ, ਨਾਨਕ ਭਗਤੀ ਜੇ ਰੱਪੇ ਕੂੜੇ ਸੋਏ ਨਾ ਕੋਈ। ਇਹ ਐਸੀ ਭਗਤੀ ਹੈ, ਰੱਪੇ ਤੋਂ ਭਾਵ ਉਹ 'ਚ ਲੀਨ ਹੋ ਜਾਂਦੇ ਨੇ। ਫਿਰ ਹੁਣ ਸੰਸਾਰੀ ਸੋਭਾ ਨਹੀਂ ਚੰਗੀ ਲੱਗਦੀ। ਉਹੀ ਤਾਂ ਗੁਰਸਿੱਖ ਨੇ ਭਾਈ, ਉਹੀ ਤਾਂ ਜਸ ਕਰਦੇ ਨੇ ਕੁਦਰਤ। ਹਰ ਜਸ ਗਾਏ ਲੈ ਮਨਾ, ਜੋ ਸੰਗੀ ਹੈ ਤੇਰੋ। ਫਿਰ ਆਪਦੇ ਸੰਗੀ ਦਾ ਜਸ ਕਰਦਾ, ਉਹੀ ਗੁਰਸਿੱਖ ਨੇ। ਉਹੀ ਸਾਂ ਸਾਂ ਸਿਮਰੋ ਗੋਬਿੰਦ ਨੇ। ਸੋ ਸੇਵਕ
ਜਿਸ ਪ੍ਰਭ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ। ਉਹ ਜਪਦੇ ਨੇ ਭਾਈ ਨਿਮਕ ਨਿਮਕ। ਕਿਹੜੀ ਅਵਸਥਾ 'ਚ ਪਹੁੰਚ ਜਾਂਦੇ ਨੇ? ਸਾਂਸ ਸਾਸ ਸਿਮਰੋ ਗੋਬਿੰਦ। ਇੱਕ ਪਲ ਵੀ ਉਹਨਾਂ ਨੂੰ ਨਹੀਂ ਵਿਸਰਦਾ। ਉਹ ਨੇ ਗੁਰਸਿੱਖ। ਅਸੀਂ ਕੀ ਹਾਂ? ਬਿਰਤ ਕਹੀਏ ਨਾਨਕਾ ਜਿਸ ਹਿਰਦੇ ਪ੍ਰੀਤ ਨਹੀਂ ਭਗਵੰਤ। ਪ੍ਰੀਤ ਕਿੱਥੋਂ ਪੈਦਾ ਹੋ ਜਾਂਦੀ? ਸੱਚ ਤਾਂ ਛੱਡੀ ਬੈਠੇ ਹਾਂ ਅਸੀਂ। ਸੱਚ ਦਾ ਦਰਸ਼ਨ ਕਰਨਾ ਹੈ, ਫਿਰ ਕਾਲ ਤੋਂ ਬਚਾਂਗੇ। ਸੱਚ ਕਾਲ ਕੂੜ ਵਰਤਿਆ, ਸਾਡੇ ਅੰਦਰ ਕੀ ਝੂਠ ਵਰਤ ਰਿਹਾ ਵਾ? ਪਾਪ ਕਰ ਰਹੇ ਹਾਂ ਅਸੀਂ, ਹੁਕਮ ਦਾ ਵਿਰੋਧ ਕਰ ਰਹੇ ਹਾਂ। ਇਹੀ ਪਾਪ ਆ ਭਾਈ। ਜੋ ਦਿੱਤਾ ਉਹਨੂੰ ਸੱਤ ਕਰਕੇ ਨਹੀਂ ਮੰਨਿਆ, ਵਿਰੋਧ ਕਰਦੇ ਹਾਂ। ਬਸ ਅਸੀਂ ਸਾਡਾ ਜੀਵਨ ਨਿਕਲ ਜਾਂਦਾ। ਬਿਰਧ ਪਿਓ ਸੋਝੇ ਨਹੀਂ, ਕਾਲ ਪਹੁੰਚਿਓ ਵਾਣ। ਆਓ ਸਾਰੇ ਮਿਲ ਕੇ ਇਹਨੂੰ ਭਾਈ ਵਿਚਾਰੀਏ, ਸੱਚ ਦਾ ਦਰਸ਼ਨ ਕਰੀਏ। ਅਸੀਂ ਵੀ ਕਾਲ ਤੋਂ ਮੁਕਤ ਹੋ ਕੇ ਆਪਦੇ ਘਰ ਜਾਈਏ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਐਸੇ ਗੁਰੂ ਤੋਂ ਬਲਿਹਾਰੀ ਜਾਣਾ ਚਾਹੀਦਾ। ਐਸੇ ਗੁਰੂ ਨੂੰ ਛੱਡ ਕੇ ਧੱਕੇ ਹੀ ਖਾਵਾਂਗੇ ਆਪਾਂ, ਭਟਕਾਂਗੇ ਭਾਈ। ਕਾਲ ਨੇ ਨਹੀਂ ਛੱਡਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।